गुड आफ्टरनून स्टूडेंट्स। ਅੱਜ ਆਪਾਂ ਨੈਕਸਟ ਚੈਪਟਰ ਸ਼ੁਰੂ ਕਰਨਾ ਹੈ ਤੁਹਾਡੀ ਰੀਡਰ ਦਾ ਪਾਠ ਨੰਬਰ 8 ਬਚਿੱਤਰ ਸਿੰਘ ਦੀ ਬਹਾਦਰੀ। ਬੇਟਾ ਜੀ ਇਹ ਇੱਕ ਕਾਵ ਕਹਾਣੀ ਹੈ ਔਰ ਇਸ ਨੂੰ ਲਿਖਣ ਵਾਲੇ ਕਵੀ ਦਾ ਨਾਮ ਲੇਖਕ ਦਾ ਨਾਮ ਡਾਕਟਰ ਜਗੀਰ ਸਿੰਘ ਹੈ। ਲੇਖਕ ਨੇ ਇਸ ਕਵਿਤਾ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਸਿੱਖ ਸ਼ਰਧਾਲੂ ਭਾਈ ਬਚਿੱਤਰ ਸਿੰਘ ਜੀ ਦੇ ਬਾਰੇ ਗੱਲ ਕੀਤੀ ਹੈ। ਉਸ ਦੀ ਬਹਾਦਰੀ ਦੇ ਕਿੱਸੇ ਨੂੰ ਡਾਕਟਰ ਜਗੀਰ ਸਿੰਘ ਨੇ ਇੱਕ ਕਾਵਕ ਰੂਪ ਦੇ ਵਿੱਚ ਬਿਆਨ ਕੀਤਾ ਹੈ। ਸੋ ਬੇਟਾ ਜੀ ਭਾਈ ਬਚਿੱਤਰ ਸਿੰਘ ਜੋ ਕਿ ਬਹੁਤ ਹੀ ਪਤਲੇ ਸਰੀਰ ਦਾ ਵਿਅਕਤੀ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਉਹ ਬਹੁਤ ਹੀ ਪਿਆਰਾ ਅਤੇ ਮੁੱਖ ਸ਼ਰਧਾਲੂ ਸੀ। ਸੋ ਸ਼ੁਰੂ ਕਰਦੇ ਹਾਂ। ਉਹਨੇ ਇੱਕ ਕਾਵਕ ਰੂਪ ਦੇ ਵਿੱਚ ਉਸ ਸਾਰੀ ਕਹਾਣੀ ਨੂੰ ਕਿਵੇਂ ਬਿਆਨ ਕੀਤਾ ਹੈ। ਲੇਖਕ ਸ਼ੁਰੂ ਕਰਦਾ ਹੈ ਕਿ ਸੰਗਤ ਜੁੜੀ ਨਿਤ ਵਾਂਗ ਰਾਂ ਅੱਜ ਗੁਰਦੁਆਰੇ ਦਸਮ ਪਿਤਾ ਦੇ ਸੰਗ ਸਨ ਬੈਠੇ ਇਉਂ ਸਾਰੇ। ਕਹਿੰਦੇ ਕਿ ਹਰ ਰੋਜ਼ ਦੀ ਤਰ੍ਹਾਂ ਨਿਤ ਤੋਂ ਭਾਵਿਆ ਰੋਜ਼ ਦੀ ਤਰ੍ਹਾਂ ਵਾਂਗਰਾਂ ਤਰ੍ਹਾਂ। ਕਹਿੰਦਾ ਕਿ ਜਿਸ ਤਰ੍ਹਾਂ ਰੋਜ਼ ਗੁਰਦੁਆਰੇ ਸੰਗਤ ਜੁੜਦੀ ਹੈ ਅੱਜ ਵੀ ਉਸ ਗੁਰਦੁਆਰੇ ਦੇ ਵਿੱਚ ਸੰਗਤ ਜੁੜ ਕੇ ਗੁਰੂ ਜੀ ਦੇ ਬਚਨ ਸੁਣ ਰਹੇ ਸਨ। ਕਿਹੜੇ ਗੁਰੂ ਸਾਹਿਬ ਦਰਬਾਰ ਦੇ ਵਿੱਚ ਬੈਠੇ ਸਨ? ਦਸਮ ਪਿਤਾ ਦੇ ਸੰਗ ਸਨ। ਸੰਗ ਮਤਲਬ ਨਾਲ। ਦਸਮ ਪਿਤਾ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਇਉਂ ਸਾਰੇ। ਕਹਿੰਦੇ ਕਿ ਜਿਵੇਂ ਹਰ ਰੋਜ਼ ਸੰਗਤ ਗੁਰਦੁਆਰੇ ਦੇ ਵਿੱਚ ਗੁਰੂ ਜੀ ਦੇ ਆਲੇ ਦੁਆਲੇ ਬੈਠਦੀ ਸੀ ਉਵੇਂ ਅੱਜ ਵੀ ਉਹ ਸਾਰੇ ਆਲੇ ਦੁਆਲੇ ਗੁਰੂ ਸਾਹਿਬ ਦੇ ਸੰਗਤ ਬੈਠੀ ਹੋਈ ਸੀ। ਉੱਤੇ ਉਹ ਸੰਗਤ ਬੈਠੀ ਕਿਵੇਂ ਦੀ ਲੱਗ ਰਹੀ ਸੀ? ਜਿਉਂ ਚੰਨ ਦੁਆਲੇ ਸੋਭਦੇ ਨੇ ਰਾਤੀ ਤਾਰੇ। ਸੋਭਦੇ ਮਤਲਬ ਸੋਹਣੇ ਲੱਗਦੇ। ਕਹਿੰਦੇ ਕਿ ਉਹ ਸਾਰੀ ਸੰਗਤ ਇਸ ਤਰ੍ਹਾਂ ਬੈਠੀ ਸੋਹਣੀ ਲੱਗ ਰਹੀ ਸੀ ਜਿਵੇਂ ਰਾਤ ਨੂੰ ਚੰਨ ਦੇ ਦੁਆਲੇ ਤਾਰੇ ਸੋਹਣੇ ਲੱਗਦੇ ਹਨ। ਜਿਵੇਂ ਰਾਤ ਦੇ ਸਮੇਂ ਅਸਮਾਨ ਦੇ ਵਿੱਚ ਚੰਨ ਦੇ ਆਲੇ ਦੁਆਲੇ ਤਾਰੇ ਬੈਠੇ ਹੋਏ ਘੁੰਮਦੇ ਹੋਏ ਨਜ਼ਰ ਆਉਂਦੇ ਵਧੀਆ ਲੱਗਦੇ ਹਨ, ਸੋਹਣੇ ਲੱਗਦੇ ਹਨ। ਉਸੇ ਤਰ੍ਹਾਂ ਅੱਜ ਸੰਗਤ ਵੀ ਜੁੜੀ ਹੋਈ ਜੋ ਗੁਰਦੁਆਰੇ ਦੇ ਵਿੱਚ ਸੀ ਉਹ ਦਸਮ ਪਿਤਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ ਦੁਆਲੇ ਬੈਠੀ ਬੜੀ ਸੋਹਣੀ ਲੱਗ ਰਹੀ ਸੀ। ਆਕੇ ਸੂਈਏ ਸਿੰਘ ਨੇ ਮੁੱਖੋਂ ਫਰਮਾਇਆ ਹੁਣੇ ਪਹਾੜੀ ਰਾਜਿਆਂ ਇੱਕ ਮਤਾ ਪਕਾਇਆ। ਕਹਿੰਦੇ ਕਿ ਉਸ ਸਮੇਂ ਦਰਬਾਰ ਦੇ ਵਿੱਚ ਇੱਕ ਸੂਈਆ ਖਬਰ ਲੈ ਕੇ ਆਇਆ। ਸੂਈਆ ਕੌਣ ਹੁੰਦਾ ਆ? ਸੂਹ ਦੇਣ ਵਾਲਾ, ਖਬਰ ਦੇਣ ਵਾਲਾ। ਮੁੱਖੋਂ ਫਰਮਾਇਆ, ਮੁੱਖੋਂ ਮੂੰਹ ਤੋਂ ਉਸਨੇ ਆਪਣਾ ਬੋਲਣਾ ਸ਼ੁਰੂ ਕੀਤਾ। ਕਹਿੰਦਾ ਕਿ ਗੁਰੂ ਜੀ ਨੂੰ ਦੱਸਣ ਲੱਗਾ ਕਿ ਹੁਣੇ ਸਾਨੂੰ ਇੱਕ ਖਬਰ ਪਤਾ ਲੱਗੀ ਹੈ ਕਿ ਪਹਾੜੀ ਰਾਜੇ ਸਾਡੇ ਲਈ ਇੱਕ ਯੋਜਨਾ ਬਣਾ ਰਹੇ ਹਨ। ਇੱਕ ਮਤਾ ਪਕਾਇਆ। ਮਤਾ ਪਕਾਇਆ ਕੀ ਹੁੰਦਾ ਆ? ਯੋਜਨਾ ਬਣਾਉਣੀ, ਸਕੀਮ ਬਣਾਉਣੀ। ਇੱਕ ਹਾਥੀ ਰਾਜਾ ਕੇਸਰੀ ਹੈ ਕਿਤੋਂ ਲਿਆਇਆ। ਕਹਿੰਦੇ ਕਿ ਪਹਾੜੀ ਰਾਜਾ ਜਿਸ ਦਾ ਨਾਮ ਕੇਸਰੀ ਹੈ ਉਹ ਇੱਕ ਵੱਡੇ ਸਾਰੇ ਵਿਸ਼ਾਲ ਹਾਥੀ ਨੂੰ ਕਿਤੋਂ ਲੈ ਕੇ ਆਇਆ ਹੈ। ਲੋਹਗੜ੍ਹ ਢਾਉਣ ਵਾਸਤੇ ਉਹਨਾਂ ਕਰੀ ਤਿਆਰੀ। ਲੋਹਗੜ੍ਹ ਬੇਟਾ ਇੱਕ ਕਿਲ੍ਹੇ ਦਾ ਨਾਮ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ ਬਣਿਆ ਹੋਇਆ ਹੈ ਅਤੇ ਇਸ ਕਿਲ੍ਹੇ ਦੇ ਅੰਦਰ ਗੁਰੂ ਸਾਹਿਬ ਆਪਣੀਆਂ ਫੌਜਾਂ ਦੇ ਨਾਲ ਰਹਿੰਦੇ ਸਨ, ਲੜਾਈ ਕਰਦੇ ਸਨ ਦੁਸ਼ਮਣਾਂ ਦੇ ਨਾਲ। ਕਹਿੰਦਾ ਕਿ ਉਹਨਾਂ ਨੇ ਉਸ ਹਾਥੀ ਨੂੰ ਇਸ ਲਈ ਕਿਤੋਂ ਲੈ ਕੇ ਆਂਦਾ ਹੈ ਕਿ ਉਹ ਸਾਡੇ ਖਿਲਾਫ ਸਾਜ਼ਿਸ਼ ਕਰ ਰਹੇ ਹਨ ਅਤੇ ਲੋਹਗੜ੍ਹ ਦੇ ਕਿਲ੍ਹੇ ਨੂੰ ਢਾਉਣ ਵਾਸਤੇ ਤਿਆਰੀ ਕਰ ਰਹੇ ਹਨ। ਸਿਰ ਹਾਥੀ ਦੇ ਬੰਨ੍ਹ ਕੇ ਲੋਹ ਤਵੇ ਦੇ ਦੋ ਭਾਰੀ ਉਹਦੀ ਸੁੰਡ ਦੇ ਨਾਲ ਹੈ ਬੰਨ੍ਹ ਦਿੱਤੀ ਤਲਵਾਰ ਦੋ ਧਾਰੀ। ਕਹਿੰਦੇ ਕਿ ਹਾਥੀ ਦੇ ਸਿਰ ਦੇ ਉੱਤੇ ਉਹਨਾਂ ਨੇ ਲੋਹੇ ਦੇ ਦੋ ਵੱਡੇ ਤਵੇ ਬੰਨ੍ਹ ਦਿੱਤੇ ਹਨ ਜੋ ਕਿ ਬਹੁਤ ਜ਼ਿਆਦਾ ਭਾਰੇ ਹਨ ਅਤੇ ਉਹਦੀ ਸੁੰਡ ਦੇ ਨਾਲ ਉਹਨਾਂ ਨੇ ਦੋ ਧਾਰੀ ਤਲਵਾਰ ਬੰਨ੍ਹ ਦਿੱਤੀ ਹੈ।
ਬੇਟਾ ਜੀ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਕਿ ਸਾਈਡ 'ਤੇ ਉਹ ਤਿੱਖੇ ਜਿਹੜੇ ਤਵੇ ਆ ਉਹ ਉਹਦੇ ਬੰਨੇ ਹੋਏ ਨੇ, ਇੱਕ ਮੱਥੇ 'ਤੇ ਬੰਨਿਆ ਹੋਇਆ ਹੈ ਅਤੇ ਤਲਵਾਰ ਉਹਦੀ ਸੁੰਡ ਦੇ ਵਿੱਚ ਚਿੱਟੇ ਰੰਗ ਦੀ ਜਿਹੜੀ ਨਜ਼ਰ ਆ ਰਹੀ ਹੈ ਸਾਨੂੰ, ਉਹ ਫੜਾਈ ਹੋਈ ਹੈ ਦੋ ਧਾਰੀ, ਜਿਸ ਨੂੰ ਦੋਨੋਂ ਪਾਸੇ ਧਾਰਾਂ ਲੱਗਦੀਆਂ ਹੋਣ, ਭਾਵ ਦੋਨੋਂ ਪਾਸਿਓਂ ਤਿੱਖੀ ਹੋਵੇ, ਉਸ ਨੂੰ ਕਿਹਾ ਜਾਂਦਾ ਹੈ ਦੋ ਧਾਰੀ ਤਲਵਾਰ। ਮਸਤ ਕਰਨ ਲਈ ਉਸ ਨੂੰ ਹੈ ਸੁਰਾ ਪੜਾਈ। ਸੁਰਾ ਸ਼ਰਾਬ ਨੂੰ ਕਿਹਾ ਜਾਂਦਾ ਹੈ। ਇਹ ਅਰਬੀ ਫਾਰਸੀ ਦਾ ਸ਼ਬਦ ਹੈ। ਸੁਰਾ ਮਤਲਬ ਸ਼ਰਾਬ। ਅਤੇ ਮੁਸਲਮਾਨਾਂ ਨੇ, ਪਹਾੜੀ ਰਾਜਿਆਂ ਨੇ ਹਾਥੀ ਨੂੰ ਮਸਤਾਉਣ ਲਈ, ਮਸਤ ਕਰਨ ਦੇ ਲਈ ਸ਼ਰਾਬ ਵੀ ਪਿਲਾ ਰੱਖੀ ਹੈ। ਕੱਲ੍ਹ ਨੂੰ ਇੱਧਰ ਆਵਣਾ ਉਸ ਕਰਕੇ ਧਾਈ, ਅਤੇ ਉਸ ਨੇ, ਹਾਥੀ ਨੇ ਸਾਡੇ ਉੱਪਰ ਕਹਿੰਦਾ ਧਾਈ ਮਤਲਬ ਹਮਲਾ ਬੋਲਣਾ ਹੈ, ਮੁਕਾਬਲਾ ਕਰਨਾ ਹੈ। ਅਤੇ ਉਹ ਕਿਸ ਦਿਨ ਕਰਨਾ ਹੈ? ਕੱਲ੍ਹ ਨੂੰ। ਕਹਿੰਦਾ ਕੱਲ੍ਹ ਨੂੰ ਉਹਨਾਂ ਨੇ ਮੁਕਾਬਲਾ ਕਰਨ ਲਈ ਇੱਧਰ ਨੂੰ ਆਉਣਾ ਹੈ। ਆਵਣਾ ਤੋਂ ਭਾਵ ਹੈ ਆਉਣਾ ਹੈ। ਇੱਦਾਂ ਕਹਿ ਕੇ ਸੀ ਸਿੰਘ ਨੇ ਗੱਲ ਮੁਕਾਈ, ਅਤੇ ਇਹ ਸਾਰੀ ਗੱਲ ਦੱਸ ਕੇ ਸਿੰਘ ਜਿਹੜਾ ਸੀ ਆਪਣੀ ਗੱਲ ਨੂੰ ਖਤਮ ਕਰ ਗਿਆ। ਸੁਣ ਕੇ ਸਾਰੀ ਵਾਰਤਾ ਸਤਿਗੁਰ ਮੁਸਕਾਏ, ਦੁਨੀ ਚੰਦ ਵੱਲ ਵੇਖ ਕੇ ਮੁੱਖੋਂ ਫਰਮਾਏ। ਸੁਣ ਕੇ ਸਾਰੀ ਵਾਰਤਾ ਕਹਾਣੀ ਜੋ ਵੀ ਉਸਨੇ ਆ ਕੇ ਸਾਨੂੰ ਗੱਲਬਾਤ ਦੱਸੀ ਗੁਰੂ ਸਾਹਿਬ ਨੂੰ, ਤਾਂ ਉਸ ਸਿੰਘ ਦੀ ਸੂਈਏ ਦੀ ਗੱਲ ਸੁਣ ਕੇ ਗੁਰੂ ਸਾਹਿਬ ਮੁਸਕਰਾਉਣ ਲੱਗ ਪਏ। ਸਤਿਗੁਰ ਮੁਸਕਾਏ ਭਾਵ ਮੁਸਕਾਉਣ ਲੱਗ ਪਏ, ਮਨ ਹੀ ਮਨ ਦੇ ਵਿੱਚ ਖੁਸ਼ ਹੋਣ ਲੱਗ ਪਏ। ਅਤੇ ਉਸ ਦੇ ਲਾਗੇ, ਉਹਨਾਂ ਦੇ ਲਾਗੇ ਦਰਬਾਰ ਦੇ ਵਿੱਚ ਉਹਨਾਂ ਦਾ ਇੱਕ ਹੋਰ ਸਿੱਖ ਸ਼ਰਧਾਲੂ ਦੁਨੀ ਚੰਦ ਨਾਂ ਦਾ ਵਿਅਕਤੀ ਬੈਠਾ ਹੋਇਆ ਸੀ, ਜਿਸ ਨੂੰ ਦੇਖ ਕੇ ਗੁਰੂ ਸਾਹਿਬ ਨੇ ਆਪਣੇ ਮੁੱਖ ਤੋਂ ਬੋਲਣਾ ਸ਼ੁਰੂ ਕੀਤਾ। ਆਉਂਦਾ ਹਾਥੀ ਮਸਤਿਆ ਜੀ ਸਦਕੇ ਆਏ। ਇਹ ਗੱਲ ਸੁਣ ਕੇ ਦੁਨੀ ਚੰਦ ਡਾਢਾ ਘਬਰਾਇਆ, ਸੋਚਣ ਲੱਗਾ ਕਿਸਮਤੇ ਕਿੱਥੇ ਮਰਵਾਇਆ। ਕਹਿੰਦਾ ਕਿ ਦੁਨੀ ਚੰਦ ਨੂੰ ਜਦੋਂ ਗੁਰੂ ਜੀ ਨੇ ਦੇਖਿਆ ਤਾਂ ਉਹਨਾਂ ਨੇ ਕਿਹੜੇ ਸ਼ਬਦ ਬੋਲੇ ਕਿ ਜੇਕਰ ਹਾਥੀ ਮਸਤਿਆ ਹੋਇਆ ਸਾਡੇ ਵੱਲ ਆ ਰਿਹਾ ਹੈ ਤਾਂ ਜੀ ਸਦਕੇ ਆਏ। ਜੀ ਸਦਕੇ ਬਿਨਾਂ ਕਿਸੇ ਡਰ ਡੁੱਕਰ ਤੋਂ, ਬਿਨਾਂ ਕਿਸੇ ਘਬਰਾਹਟ ਤੋਂ, ਕਹਿੰਦੇ ਕਿ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਤਾਂ ਜਦੋਂ ਗੁਰੂ ਸਾਹਿਬ ਦੇ ਮੁਖ ਤੋਂ ਦੁਨੀ ਚੰਦ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਿਆ, ਡਾਢਾ ਘਬਰਾਇਆ। ਡਾਢਾ ਮਤਲਬ ਬਹੁਤ ਜ਼ਿਆਦਾ। ਸੋਚਣ ਲੱਗਾ ਕਿਸਮਤੇ ਕਿੱਥੇ ਮਰਵਾਇਆ। ਆਪਣੇ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਕਿ ਮਾੜੀ ਕਿਸਮਤ ਮੈਨੂੰ ਇਸ ਨੇ ਕਿੱਥੇ ਫਸਾ ਦਿੱਤਾ ਹੈ। ਏਡੀ ਵੱਡੀ ਡੀਲ ਡੌਲ ਦਿਲ ਛੋਟਾ ਪਾਇਆ। ਹੁਣ ਜਿਹੜਾ ਦੁਨੀ ਚੰਦ ਸੀ ਉਹ ਬਹੁਤ ਹੀ ਸਰੀਰ ਦਾ ਤਕੜਾ ਵਿਅਕਤੀ ਸੀ, ਮੋਟਾ ਵਿਅਕਤੀ ਸੀ। ਕਹਿੰਦਾ ਕਿ ਉਸ ਦੀ ਡੀਲ ਡੌਲ ਸਰੀਰਕ ਪੱਖੋਂ ਤਾਂ ਉਹ ਬਹੁਤ ਤੰਦਰੁਸਤ ਲੱਗਦਾ ਸੀ ਦੇਖਣ ਨੂੰ, ਪਰ ਉਸ ਦੇ ਅੰਦਰ ਜਿਹੜਾ ਸੀ ਦਿਲ ਬਹੁਤ ਛੋਟਾ ਸੀ, ਕਮਜ਼ੋਰ ਸੀ। ਕਿ ਸਿਰਫ ਇੰਨੀ ਗੱਲ ਸੁਣ ਕੇ ਹੀ ਉਹ ਗੁਰੂ ਜੀ ਦੀ ਕਿ ਹਾਥੀ ਜੇ ਆ ਰਿਹਾ ਹੈ ਤਾਂ ਆਉਣ ਦਿਓ, ਉਹ ਡਰ ਗਿਆ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਹਾਥੀ ਦਾ ਮੁਕਾਬਲਾ ਕਰਨ ਲਈ ਸ਼ਾਇਦ ਗੁਰੂ ਸਾਹਿਬ ਜਿਹੜੇ ਆ ਮੈਨੂੰ ਅੱਗੇ ਭੇਜਣਗੇ। ਇੱਕ ਸਿੱਖ ਨੇ ਦੱਸਿਆ ਆਣ ਕੇ ਦੂਜੇ ਦਿਨ ਤੜਕੇ, ਹਰਨ ਹੋ ਗਿਆ ਦੁਨੀ ਚੰਦ ਕੰਧ ਉੱਤੋਂ ਚੜ੍ਹ ਕੇ, ਲੱਤ ਟੁੱਟੀ ਕੰਧ ਟੱਪਦਿਆਂ ਮਰਿਆ ਸੱਪ ਲੜ ਕੇ। ਫਿਰ ਦੂਸਰੇ ਦਿਨ ਕੀ ਹੋਇਆ ਕਿ ਇੱਕ ਹੋਰ ਸਿੱਖ ਨੇ ਆ ਕੇ ਗੁਰੂ ਜੀ ਨੂੰ ਖਬਰ ਦਿੱਤੀ ਕਿ ਗੁਰੂ ਜੀ ਉਹ ਦੁਨੀ ਚੰਦ ਜਿਹੜਾ ਸੀ ਤੜਕੇ ਮਤਲਬ ਸਵੇਰੇ ਮੂੰਹ ਹਨੇਰੇ ਕਿਲੇ ਦੀ ਕੰਧ ਟੱਪ ਕੇ ਹਰਨ ਹੋ ਗਿਆ। ਹਰਨ ਮਤਲਬ ਦੌੜ ਗਿਆ। ਕਹਿੰਦੇ ਕਿ ਇੱਥੋਂ ਭੱਜ ਗਿਆ। ਕੰਧ ਉੱਤੇ ਚੜ੍ਹ ਕੇ, ਕਿਲੇ ਦੀ ਕੰਧ ਤੋਂ ਚੜ੍ਹ ਕੇ ਉਹਨੇ ਦੌੜਨ ਦੀ ਕੋਸ਼ਿਸ਼ ਕੀਤੀ। ਹਰਨ ਹੋ ਗਿਆ, ਦੌੜਨ ਲੱਗਾ, ਲੱਤ ਟੁੱਟੀ ਕੰਧ ਟੱਪਦਿਆਂ। ਅਤੇ ਕਹਿੰਦੇ ਕਿ ਕੰਧ ਟੱਪਦਿਆਂ ਹੀ ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸ ਦੀ ਲੱਤ ਟੁੱਟ ਗਈ ਸੀ, ਮਰਿਆ ਸੱਪ ਲੜ ਕੇ। ਅਤੇ ਨਾਲ ਹੀ ਫਿਰ ਉਸ ਦੇ ਸੱਪ ਲੜ ਗਿਆ, ਉੱਥੋਂ ਇੱਕ ਸੱਪ ਨਿਕਲਿਆ ਅਤੇ ਉਹ ਉੱਥੇ ਹੀ ਮਰ ਗਿਆ, ਖਤਮ ਹੋ ਗਿਆ। ਹੱਸ ਕੇ ਬੋਲੇ ਸਤਿਗੁਰੂ ਤੱਕ ਚਾਰ ਚੁਫੇਰਾ,
ਹਾਥੀ ਵਿੱਚ ਸਰੀਰ ਦੇ ਹੈ ਜ਼ੋਰ ਬਥੇਰਾ, ਸ਼ੇਰ ਨਾਲੋਂ ਪਰ ਘੱਟ ਹੈ ਉਹਦੇ ਵਿੱਚ ਜੇਰਾ। ਹੁਣ ਗੁਰੂ ਸਾਹਿਬ ਫਿਰ ਇਹ ਗੱਲ ਸੁਣ ਕੇ ਉਹਨਾਂ ਨੇ ਆਲਾ ਦੁਆਲਾ ਤੱਕਿਆ, ਦੇਖਿਆ, ਚਾਰ ਚੁਫੇਰਾ ਆਲਾ ਦੁਆਲਾ ਉਹਨਾਂ ਨੇ ਦੇਖਿਆ। ਕਹਿੰਦੇ ਕਿ ਹਾਥੀ ਵਿੱਚ ਹਾਥੀ ਦੇ ਸਰੀਰ ਵਿੱਚ ਤਾਂ ਜ਼ੋਰ ਬਹੁਤ ਜ਼ਿਆਦਾ ਹੈ, ਪਰ ਸ਼ੇਰ ਨਾਲੋਂ ਘੱਟ ਹੈ ਉਹਦੇ ਵਿੱਚ ਜੇਰਾ। ਪਰ ਜਿੰਨਾ ਜਿਗਰਾ, ਜੇਰਾ ਤੋਂ ਭਾਵ ਹੈ ਜਿਗਰਾ, ਹਿੰਮਤ, ਡਰ, ਨਿਡਰਤਾ, ਹੌਸਲਾ ਸ਼ੇਰ ਦੇ ਵਿੱਚ ਹੁੰਦਾ ਹੈ, ਉਹਨਾਂ ਹਾਥੀ ਦੇ ਵਿੱਚ ਨਹੀਂ ਹੈ। ਹਾਥੀ ਦੇ ਵਿੱਚ ਜਿਹੜਾ ਜਿਗਰਾ ਹੈ ਉਹ ਘੱਟ ਹੈ। ਨੈਕਸਟ ਪੇਜ ਨੰਬਰ 33 ਦੇ ਉੱਪਰ, ਫਿਰ ਕਿਹਾ ਬਚਿੱਤਰ ਸਿੰਘ ਨੂੰ ਸੁਣ ਦੁੱਲਿਆ ਸ਼ੇਰਾ, ਹਾਥੀ ਕਰੂ ਮੁਕਾਬਲਾ ਕੀ ਸਿੰਘਾ ਤੇਰਾ। ਹੁਣ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਹੋਰ ਵਿਅਕਤੀ, ਸਿੱਖ ਸ਼ਰਧਾਲੂ ਬਚਿੱਤਰ ਸਿੰਘ ਨਾਂ ਦਾ ਵਿਅਕਤੀ ਬੈਠਾ ਹੋਇਆ ਸੀ, ਤਾਂ ਉਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਸੁਣ ਦੁੱਲਿਆ ਸ਼ੇਰਾ। ਦੁੱਲਿਆ ਸ਼ੇਰਾ ਤਾਕਤਵਰ ਬਹਾਦਰ ਸੂਰਬੀਰ, ਹਾਥੀ ਕਰੂ ਮੁਕਾਬਲਾ। ਕਹਿੰਦੇ ਕਿ ਸਿੰਘਾ ਇਹ ਕੀ ਮਜ਼ਾਲ ਹੈ ਕਿ ਉਹ ਹਾਥੀ ਤੇਰਾ ਮੁਕਾਬਲਾ ਕਰ ਸਕੇਗਾ? ਨਹੀਂ, 10 ਹਾਥੀਆਂ ਲਈ ਵੀ ਤੂੰ ਸ਼ੇਰ ਬਥੇਰਾ। ਕਹਿੰਦੇ ਕਿ ਚਾਹੇ ਉੱਦਾਂ ਦੇ 10 ਹਾਥੀ ਹੋਰ ਆ ਜਾਣ, ਤੂੰ ਸਾਡਾ ਇੱਕੋ ਇਕੱਲਾ ਹੀ ਸ਼ੇਰ ਜਿਹੜਾ ਆ ਉਹ 10 ਹਾਥੀਆਂ ਦੇ ਬਰਾਬਰ ਤਾਕਤ ਦੀ ਸਮਰੱਥਾ ਰੱਖਦਾ ਹੈ। ਸੁਣ ਕੇ ਸਿੰਘ ਨੇ ਘੋੜੇ 'ਤੇ ਕਾਠੀ ਜਾ ਪਾਈ, ਲੋਗੜ ਦੇ ਵੱਲ ਉਸਨੇ ਝਟ ਕਰੀ ਚੜ੍ਹਾਈ। ਤਾਂ ਇੱਕੋ ਆਵਾਜ਼ ਸੁਣ ਕੇ ਗੁਰੂ ਸਾਹਿਬ ਦੀ ਉਹ ਬਚਿੱਤਰ ਸਿੰਘ ਨਾਂ ਦਾ ਵਿਅਕਤੀ, ਜੋ ਕਿ ਸਰੀਰ ਦਾ ਬਹੁਤ ਹੀ ਪਤਲਾ ਜਿਹਾ ਸੀ, ਉਸਨੇ ਆਪਣੇ ਘੋੜੇ ਦੇ ਉੱਪਰ ਕਾਠੀ ਪਾ ਲਈ। ਕਾਠੀ ਜਿਸ ਦੇ ਉੱਪਰ ਸਵਾਰੀ ਕੀਤੀ ਜਾਂਦੀ ਹੈ ਬੈਠ ਕੇ। ਕਹਿੰਦੇ ਤੇ ਉਸਨੇ ਲੋਹਗੜ੍ਹ ਦੇ ਕਿਲ੍ਹੇ ਵੱਲ ਚੜ੍ਹਾਈ ਕਰਨ ਲਈ, ਚੜ੍ਹਾਈ ਤੋਂ ਭਾਵ ਹੁੰਦਾ ਹਮਲਾ ਕਰਨ ਲਈ ਤਿਆਰੀ ਕਰ ਦਿੱਤੀ। ਪੁੱਜਿਆ ਕਿਲ੍ਹੇ ਦੇ ਸਾਹਮਣੇ ਉਸ ਦੇਰ ਨਾ ਲਾਈ, ਮਸਤਿਆ ਹਾਥੀ ਆ ਰਿਹਾ ਸੀ ਵਾਂਗ ਹਨੇਰੀ, ਪਿੱਛੋਂ ਫੌਜਾਂ ਉਸ ਨੂੰ ਜਾਵਣ ਸ਼ਿਸ਼ਕੇਰੀ। ਕਹਿੰਦੇ ਕਿ ਬਚਿੱਤਰ ਸਿੰਘ ਨੇ ਜਰਾ ਜਿੰਨੀ ਵੀ ਗੁਰੂ ਸਾਹਿਬ ਦੀ ਗੱਲ ਨਹੀਂ ਟਾਲੀ, ਉਸੇ ਵੇਲੇ ਹੁਕਮ ਮੰਨ ਕੇ ਉਸਨੇ ਕਿਲ੍ਹੇ ਉੱਪਰ ਚੜ੍ਹਾਈ ਕਰ ਦਿੱਤੀ ਅਤੇ ਉਹ ਕਿਲ੍ਹੇ ਦੇ ਸਾਹਮਣੇ ਪੁੱਜਣ ਦੇ ਵਿੱਚ ਜਰਾ ਵੀ ਉਸਨੇ ਦੇਰ ਨਾ ਕੀਤੀ ਅਤੇ ਸਾਹਮਣੇ ਵਾਲੇ ਪਾਸਿਓਂ ਮਸਤਿਆ ਹੋਇਆ ਹਾਥੀ ਵੀ ਤੇਜ਼ ਹਨੇਰੀ ਦੇ ਵਾਂਗ ਦੌੜਦਾ ਹੋਇਆ ਆ ਰਿਹਾ ਸੀ ਅਤੇ ਉਸ ਦੇ ਪਿੱਛੇ ਪਹਾੜੀ ਰਾਜਿਆਂ ਦੀਆਂ ਫੌਜਾਂ ਉਸ ਨੂੰ ਹੱਲਾਸ਼ੇਰੀ ਦੇ ਰਹੀਆਂ ਸਨ। ਸ਼ਿਸ਼ਕੇਰੀ ਦਾ ਮਤਲਬ ਹੁੰਦਾ ਹੈ ਹੌਸਲਾ ਦੇਣਾ, ਹੱਲਾਸ਼ੇਰੀ ਦੇ ਕੇ ਕਿਸੇ ਦੇ ਮਗਰ ਪਾਉਣਾ। ਜਿਸ ਤਰ੍ਹਾਂ ਅਸੀਂ ਮੂੰਹ ਦੀ ਆਵਾਜ਼ ਦੇ ਨਾਲ ਪਸ਼ੂਆਂ ਨੂੰ ਵੀ ਕਰਕੇ, ਜਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਕੋਈ ਆਵਾਜ਼ਾਂ ਕੱਢ ਕੇ ਸ਼ੀ 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 ਕਰਕੇ ਅੱਗੇ ਨੂੰ ਤੋਰਦੇ ਹਾਂ, ਇਸੇ ਤਰ੍ਹਾਂ ਪਹਾੜੀ ਰਾਜੇ ਦੀਆਂ ਫੌਜਾਂ ਵੀ ਉਸ ਨੂੰ ਹੱਲਾਸ਼ੇਰੀ ਦੇ ਕੇ ਹਾਥੀ, ਮਸਤੇ ਹੋਏ ਸ਼ਰਾਬੀ ਹਾਥੀ ਨੂੰ ਅੱਗੇ ਤੋਰ ਰਹੀਆਂ ਸਨ। ਬੇਟਾ ਪਿਕਚਰ ਦੇ ਵਿੱਚ ਦਿਖਾਈ ਦਿੰਦਾ ਹੋਵੇਗਾ ਕਿ ਉਹ ਘੋੜੇ 'ਤੇ ਬਚਿੱਤਰ ਸਿੰਘ ਨਾਂ ਦਾ ਜੋ ਕਿ ਪਤਲਾ ਜਿਹਾ ਵਿਅਕਤੀ ਹੈ ਉਹ ਬੈਠਾ ਹੋਇਆ ਨਜ਼ਰ ਆ ਰਿਹਾ ਅਤੇ ਦੂਸਰੇ ਪਾਸੇ ਹਾਥੀ ਨਜ਼ਰ ਆ ਰਿਹਾ ਹੈ ਸਾਨੂੰ। ਸਿੰਘ ਬਚਿੱਤਰ ਗਰਜਿਆ ਨਾ ਲਾਈ ਦੇਰੀ, ਵਧਿਆ ਹਾਥੀ ਵੱਲ ਨੂੰ ਜੋਧਾ ਬਲਕਾਰੀ। ਕਹਿੰਦੇ ਕਿ ਜਦੋਂ ਹੀ ਉਸਨੇ ਹਾਥੀ ਨੂੰ ਦੇਖਿਆ ਤਾਂ ਉਹ ਉਸ ਦੇ ਵੱਲ ਪੂਰੇ ਜੋਸ਼ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਗਰਜਿਆ, ਬੋਲਿਆ ਅਤੇ ਪੂਰੇ ਜੋਸ਼ ਦੇ ਨਾਲ ਹਾਥੀ ਵੱਲ ਨੂੰ ਵਧਿਆ। ਜੋਧਾ ਬਲਕਾਰੀ ਕਿ ਉਹ ਜੋਧਾ ਸੂਰਬੀਰ ਬਲ ਵਾਲਾ ਵਿਅਕਤੀ ਹਾਥੀ ਵੱਲ ਨੂੰ ਵਧਣ ਲੱਗਾ। ਧੂਰ ਨਾਗਣੀ ਉਸ ਨੇ ਹਾਥੀ ਦੇ ਮਾਰੀ। ਨਾਗਣੀ ਬੇਟਾ, ਨਾਗਣੀ ਇੱਕ ਹਥਿਆਰ ਨੂੰ ਕਹਿੰਦੇ ਨੇ ਜੋ ਕਿ ਉਸਦੇ ਹੱਥ ਦੇ ਵਿੱਚ ਫੜਿਆ ਹੋਇਆ ਹੈ। ਲੋਹੇ ਦੀ ਇੱਕ ਲੰਬੀ ਤਿੱਖੀ ਰੋਡ ਹੁੰਦੀ ਹੈ ਜਿਸ ਦੇ ਅੱਗਿਓਂ ਦੇਖੋ ਉਹ ਵਲ ਪਾ ਕੇ ਉਸ ਨੂੰ ਮੋਹਰੇ ਉਹਦੇ ਤਿੱਖਾ ਜਿਹਾ ਨੋਕ ਬਣਿਆ ਹੋਇਆ ਹੈ, ਉਹਨੂੰ ਨਾਗਣੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਇਹ ਜਿਹੜਾ ਹਥਿਆਰ ਹੈ ਇਹ ਅੱਜ ਵੀ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਕਿਲ੍ਹੇ ਦੇ ਵਿੱਚ ਸਾਂਭਿਆ ਪਿਆ ਹੈ। ਕਹਿੰਦੇ ਕਿ ਉਹ ਨਾਗਣੀ ਜੋ ਕਿ ਬਚਿੱਤਰ ਸਿੰਘ ਦੇ ਹੱਥ ਵਿੱਚ ਸੀ, ਉਸ ਨੇ ਧੂ ਕੇ, ਧੂ ਮਤਲਬ ਖਿੱਚ ਕੇ,
ਹਾਥੀ ਦੇ ਮਾਰੀ, ਜੋ ਕਿ ਗਈ ਤਵੇ ਨੂੰ ਚੀਰਦੀ ਧਸ ਅੰਦਰ ਸਾਰੀ, ਜੋ ਕਿ ਹਾਥੀ ਦੇ ਸਿਰ ਦੇ ਉੱਤੇ ਬੰਨੇ ਹੋਏ ਲੋਹੇ ਦੇ ਤਵੇ ਨੂੰ ਵੀ ਚੀਰਦੀ ਹੋਈ ਉਸ ਦੇ ਮੱਥੇ ਦੇ ਅੰਦਰ ਖੁੱਭ ਗਈ। ਧਸ ਤੋਂ ਭਾਵ ਹੁੰਦਾ ਹੈ ਖੁੱਭ ਜਾਣੀ। ਭੱਜਿਆ ਹਾਥੀ ਚੀਕਦਾ, ਖਾ ਫੱਟ ਕਰਾਰਾ। ਫੱਟ ਤੋਂ ਭਾਵ ਹੈ ਜ਼ਖਮ, ਕਰਾਰਾ ਬਹੁਤ ਤੇਜ਼। ਕਹਿੰਦੇ ਜਦੋਂ ਹੀ ਨਾਗਣੀ ਹਾਥੀ ਦੇ ਮੱਥੇ ਦੇ ਵਿੱਚ ਵੱਜੀ ਤਾਂ ਹਾਥੀ ਦੇ ਡੂੰਘਾ ਜ਼ਖਮ ਹੋ ਗਿਆ। ਤਾਂ ਉਸ ਜ਼ਖਮ ਤੋਂ ਤੜਫਦਾ ਹੋਇਆ ਹਾਥੀ ਚੀਕਦਾ ਹੋਇਆ ਵਾਪਸ ਪਿੱਛੇ ਨੂੰ ਭੱਜਣਾ ਸ਼ੁਰੂ ਹੋ ਗਿਆ। ਇੱਕੋ ਵਾਰ ਹੀ ਸਿੰਘ ਦਾ ਕਰ ਗਿਆ ਨਿਤਾਰਾ। ਨਿਤਾਰਾ ਮਤਲਬ ਫੈਸਲਾ, ਖਤਮ ਕਰ ਦੇਣਾ। ਕਹਿੰਦਾ ਕਿ ਇੱਕੋ ਵਾਰ ਹੁੰਦਾ ਹੈ ਹਮਲਾ, ਕਿ ਜਿਉਂ ਹੀ ਭਾਈ ਬਚਿੱਤਰ ਸਿੰਘ ਨੇ ਆਪਣਾ ਇੱਕ ਵਾਰ ਹੀ ਹਾਥੀ ਦੇ ਉੱਪਰ ਕੀਤਾ ਤਾਂ ਉਹ ਇੱਕੋ ਵਾਰ ਦੇ ਵਿੱਚ ਹੀ ਹਾਥੀ ਦਾ ਨਿਤਾਰਾ ਕਰ ਗਿਆ, ਭਾਵ ਹਾਥੀ ਨੂੰ ਖਤਮ ਕਰ ਗਿਆ, ਹਾਰ ਜਿੱਤ ਦਾ ਫੈਸਲਾ ਕਰ ਗਿਆ। ਭੱਜਿਆ ਰਣ 'ਚੋਂ ਕੇਸਰੀ, ਲਸ਼ਕਰ ਵੀ ਸਾਰਾ। ਹੁਣ ਹਾਥੀ ਹਾਰ ਕੇ ਭੱਜ ਚੁੱਕਾ ਸੀ ਤੇ ਰਣ ਮਤਲਬ ਯੁੱਧ ਦਾ ਮੈਦਾਨ, ਰਣ ਭੂਮੀ, ਲੜਾਈ ਦਾ ਮੈਦਾਨ, ਉਹਦੇ ਵਿੱਚੋਂ ਕੇਸਰੀ ਰਾਜੇ ਦੀਆਂ ਫੌਜਾਂ ਜਿਹੜੀਆਂ ਸੀ, ਲਸ਼ਕਰ ਫੌਜ ਦੀ ਟੁਕੜੀ ਵੀ ਸਾਰੀ ਪਿੱਛੇ ਨੂੰ ਭੱਜਣੀ ਸ਼ੁਰੂ ਹੋ ਗਈ। ਸ਼ੇਰ ਬਚਿੱਤਰ ਸਿੰਘ ਨੇ ਸੀ ਰੱਖ ਵਿਖਾਈ, ਸਿੰਘ ਬਹਾਦਰ ਹੋਮਦਾ ਇਹ ਅਸਲ ਸਚਾਈ, ਸਿੰਘ ਸੂਰਮੇ ਕਦੇ ਨਾ ਰਣ ਪਿੱਠ ਵਿਖਾਈ। ਸੋ ਅਖੀਰ ਦੇ ਵਿੱਚ ਲੇਖਕ ਉਸ ਦੀ ਬਹਾਦਰੀ ਦੀ ਮਿਸਾਲ ਦਿੰਦਾ ਹੋਇਆ ਕਹਿੰਦਾ ਕਿ ਇਸ ਤਰ੍ਹਾਂ ਸ਼ੇਰ ਬਹਾਦਰ ਸੂਰਬੀਰ ਬਚਿੱਤਰ ਸਿੰਘ ਨੇ ਯੁੱਧ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਦੀ ਪਿੱਠ ਨਾ ਲੱਗਣ ਦਿੱਤੀ, ਹਾਰ ਨਾ ਮੰਨਣ ਦੇਣੀ, ਰੱਖ ਵਿਖਾਈ। ਉਸ ਨੇ ਉਹਨਾਂ ਦੇ ਬਚਨ ਦੀ ਪਾਲਣਾ ਕੀਤੀ ਸੀ। ਤੇ ਸਿੰਘ ਵੀ ਅਸਲ ਦੇ ਵਿੱਚ ਜਿਹੜੇ ਆ ਸੂਰਬੀਰ ਯੋਧੇ ਜਿਹੜੇ ਉਹ ਇੱਦਾਂ ਦੇ ਹੀ ਹੁੰਦੇ ਨੇ। ਸਿੰਘ ਬਹਾਦਰ ਹੋਮਦਾ ਮਤਲਬ ਹੁੰਦਾ ਹੈ ਕਿ ਸਿੰਘ ਸੂਰਬੀਰ ਹਮੇਸ਼ਾ ਬਹਾਦਰ ਮੰਨਿਆ ਜਾਂਦਾ ਹੈ। ਇਹ ਅਸਲ ਸਚਾਈ, ਅਸਲ ਦੇ ਵਿੱਚ ਇਹੀ ਸੱਚ ਹੈ। ਸਿੰਘ ਸੂਰਮੇ ਕਦੇ ਨਾ ਰਣ ਪਿੱਠ ਵਿਖਾਈ, ਕਿ ਜਿਹੜੇ ਬਹਾਦਰ ਸਿੰਘ ਸੂਰਮੇ ਹੁੰਦੇ ਨੇ, ਯੋਧੇ ਹੁੰਦੇ ਨੇ, ਉਹ ਰਣ ਭੂਮੀ ਦੇ ਵਿੱਚ, ਜੰਗ ਦੇ ਮੈਦਾਨ ਦੇ ਵਿੱਚ ਕਦੇ ਵੀ ਪਿੱਠ ਨਹੀਂ ਵਿਖਾਉਂਦੇ। ਪਿੱਠ ਨਾ ਵਿਖਾਉਣਾ, ਹਾਰ ਨਾ ਮੰਨਣਾ, ਕਦੇ ਵੀ ਪਿੱਠ ਨਹੀਂ ਵਿਖਾਉਂਦੇ। ਸੋ ਪੂਰੀ ਕਵਿਤਾ ਦਾ ਭਾਵ, ਕੇਂਦਰੀ ਭਾਵ ਇਹ ਹੈ ਕਿ ਇਸ ਵਿੱਚ ਲੇਖਕ ਨੇ ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਦਾ ਵਰਣਨ ਕਰਦੇ ਹੋਏ ਕਿਹਾ ਹੈ ਕਿ ਕਿਸ ਤਰ੍ਹਾਂ ਉਸਨੇ ਕੇਸਰੀ ਰਾਜੇ ਦੇ ਵੱਲੋਂ ਤਿਆਰ ਕੀਤੀਆਂ ਹੋਈਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਮਸਤੇ ਹੋਏ ਹਾਥੀ ਨੂੰ ਹਰਾ ਕੇ ਆਪ ਰਣ ਦੇ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਕਵਿਤਾ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਿੰਘ ਜਿਹੜੇ ਨੇ ਹਮੇਸ਼ਾ ਬਹਾਦਰ ਸੂਰਬੀਰ ਹੁੰਦੇ ਨੇ, ਕਦੇ ਵੀ ਯੁੱਧ ਭੂਮੀ ਦੇ ਵਿੱਚ ਆਪਣੀ ਪਿੱਠ ਨਹੀਂ ਲੱਗਣ ਦਿੰਦੇ, ਭਾਵ ਹਾਰ ਨਹੀਂ ਮੰਨਦੇ। ਸੋ ਇਹ ਸੀ ਜੀ ਬੇਟਾ ਤੁਹਾਡਾ ਪਾਠ ਨੰਬਰ 8 ਬਚਿੱਤਰ ਸਿੰਘ ਦੀ ਬਹਾਦਰੀ, ਜੋ ਕਿ ਇੱਕ ਕਾਵ ਕਹਾਣੀ ਦੇ ਰੂਪ ਦੇ ਵਿੱਚ, ਕਵਿਤਾ ਦੇ ਫਾਰਮ ਦੇ ਵਿੱਚ ਪੂਰੀ ਕਹਾਣੀ ਨੂੰ ਲੇਖਕ ਨੇ ਬਿਆਨ ਕੀਤਾ ਹੈ। ਸੋ ਨੈਕਸਟ ਹੈ ਜੀ ਸਾਡੇ ਕੋਲ ਅਭਿਆਸ ਦੇ ਪ੍ਰਸ਼ਨ ਉੱਤਰ। ਪੇਜ ਨੰਬਰ 34 ਦੇ ਉੱਪਰ ਊੜੇ ਤੋਂ ਲੈ ਕੇ ਕੱਕੇ ਤੱਕ ਦੇ ਪ੍ਰਸ਼ਨ ਉੱਤਰ ਜਿਹੜੇ ਨੇ ਉਹ ਤੁਸੀਂ ਸੋਲਵ ਕਰਨੇ ਨੇ। ਆਪਾਂ ਸਾਰੇ ਇਹ ਜਿਸ ਤਰ੍ਹਾਂ ਕਵਿਤਾ ਪੜ੍ਹੀ ਹੈ ਉਹਦੇ ਵਿੱਚ ਹੀ ਸਾਰੇ ਇਹਨਾਂ ਪ੍ਰਸ਼ਨਾਂ ਦਾ ਹੱਲ ਜਿਹੜਾ ਆ, ਸਾਨੂੰ ਉੱਤਰ ਜਿਹੜਾ ਆ ਉਹ ਮਿਲਦਾ ਆ। ਤੁਸੀਂ ਆਪ ਫਾਈਂਡ ਕਰਨੇ ਨੇ ਤੇ ਲਿਖਣੇ ਨੇ। ਔਖੇ ਸ਼ਬਦਾਂ ਦੇ ਅਰਥ ਜਿਹੜੇ ਮੈਂ ਬੋਲੇ ਵੀ ਨੇ ਕਵਿਤਾ ਦੇ ਵਿੱਚ, ਉਹ ਵੀ ਤੁਸੀਂ ਆਪਣੀ ਬੁੱਕ ਦੇ ਉੱਪਰ ਨੋਟ ਕਰ ਲੈਣੇ ਤੇ ਜਿਹੜੇ ਬੁੱਕ ਦੇ ਉੱਪਰ ਦਿੱਤੇ ਹੋਏ ਨੇ ਉਹ ਇੱਥੋਂ ਹੀ ਤੁਸੀਂ ਯਾਦ ਕਰਨੇ ਨੇ। ਹੇਠਾਂ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ। ਸੋ ਇਹ ਡਿਸਕਸ ਕਰਦੇ ਹਾਂ ਜੀ।
पहला मुहावरा है मता पकाउणा। मता पकाउणा स्कीम बनाउणी, योजना तैयार करनी। हरन होना दूसरा मुहावरा, हरन होना दौड़ जाना। सेंटेंस तुसी आप क्रिएट करने आ बेटा। नंबर 3 ते है चढ़ाई करनी। चढ़ाई करनी हमला कर देना। नितारा करना, नितारा करना फैसला करना। रख विखाउणा बचन दी पालना विखाउणी, पालना करनी। रख विखाउणा इज्जत बना के रखनी। ते पिठ विखाउणा हार विखाउणा। पिठ विखाउणा हार ना मननी। ठीक है, पिठ विखाउणा हार मन जानी। अगर ना लिखिया है तो ना मननी, अगर ना शब्द नहीं लिखिया होएगा तो हार मननी। पिठ विखाउणा हार मन लैनी। ठीक है, ये नैगेटिव और पॉजिटिव दोनों के विच असीं ना दे नाल भी लिख सकते हैं तो हाँ दे नाल भी लिख सकते हाँ। सो क्वेश्चन फस्ट जिहड़ा आ, दसम पिता दे दुआले बैठी संगत किवें लग रही सी। ये ऑलरेडी असीं पहलियां 4 सत्रां दे विच पढ़ चुके हैं, 3 सत्रां दे विच, कि गुरुद्वारे दे विच दसम पिता दे आले दुआले बैठी संगत इस तरह लग रही सी जिवें रात दे समय आसमान दे विच चन्न दे दुआले तारे जिहड़े है वो सोहणे लगदे हन, उस तरह संगत भी जिहड़ी है बहुत ज़्यादा सोहनी लग रही सी। नंबर 2 ते है सूईए ने पहाड़ी राजियां दे पकाए मते बारे आके की दस्सिया। सो तुसी दसोगे जी कि पहाड़ी राजियां दे बारे सूईए ने आके ये दस्सिया कि पहाड़ी राजा केसरी नां दा राजा जिहड़ा आ वो एक हाथी नूं कितों लैके आया है ते उसने हाथी नूं लोहगढ़ का किला ढाउण वास्ते तैयारी करनी शुरू कर दी है। नैक्सट है सूईए की वार्ता सुन के गुरु जी ने की कहा। सूईए की वार्ता सुन के गुरु जी ने मुस्कुराया ते कहन लगे कि जेकर मस्तिया होया हाथी साडे वल आ रहा है तो वो जी सद के आ जावे, असी उसका स्वागत करांगे। नैक्सट नंबर 4 ते है दुनी चंद बारे सिख ने गुरु जी नूं की दस्सिया। दुनी चंद बारे की कहा सी कि गुरु जी कल तड़के दी गल है कि दुनी चंद तुहाडी गल सुन के किले दी कंध टप के उथों दौड़न की कोशिश करता है ते जदों वो किले दी कंध टपदा है तो वो हेठां डिग के उसकी लत्त टुट गई ते उथों कोलों ही एक सप निकलिया, उसदे सप लड़िया ते वो मर गया। नैक्सट नंबर 5 ते है गुरु जी ने बचित्र सिंह नूं की कहा। गुरु जी ने बचित्र सिंह नूं की कहा सी कि हाथी दे विच चाहे शरीर बहुत जोर आ पर शेर नालों घट हुंदा है। की घट हुंदा है? उसका हौसला, उसका जिगरा बहुत घट हुंदा है। तो फिर कहंदे कि हे सिंगा हाथी तेरा की मुकाबला कर सकता है। कहण तो भाव कि उस दे विच इन्नी हिम्मत नहीं है, उस दे विच इन्ना जिगरा नहीं है कि वो तेरा कल्ले दा मुकाबला कर सके, क्योंकि तू साडा सिंह जिहड़ा आ 10 हाथियां दे जोर जिन्ना बराबर बहादुर है, सूरवीर है, जोधा है। तेरे अंदर 10 हाथियां जिन्नी जान है। नैक्सट है कक्का नंबर बचित्र सिंह ने राजा केसरी अते उस दे लश्कर नूं रण विचों किवें भजाया। सो दसोगे कि गुरु जी की गल सुन के बचित्र सिंह ने उस वेले अपने घोड़े के उपर काठी पा लई ते लोहगढ़ के किले के वल हमला कर दिता। ते जदों ही उसने अपने सामने हाथी नूं चीकदे होए नूं आउंदा देखिया तो उन्होंने धू के नागणी जिहड़ी सी वो हाथी दे मत्थे दे विच मारी ते हाथी उस नागणी दी मार ना सहंदा होया चीकदा होया पिछे नूं भज्जण लग पिया ते अपनियां फौजां नूं मिधदा होया हाथी जिहड़ा सी ओह पिछां मुड़ गया, जिस दे विच उस रणभूमि दे विच गुरु साहिब दी ते गुरु जी दे सिंघां दी जित हुंदी है। इस तरह उसने लश्कर नूं
ਭਾਵ ਕੇਸਰੀ ਚੰਦ ਦੀ ਰਾਜੇ ਦੀ ਫੌਜ ਨੂੰ ਤੇ ਮਸਤੇ ਹੋਏ ਹਾਥੀ ਨੂੰ ਹਰਾ ਕੇ ਰਣ ਦੇ ਵਿੱਚੋਂ ਭਜਾਇਆ ਸੀ। ਸੋ ਬੇਟਾ ਜੀ ਕੁਐਸਚਨ ਆਨਸਰ ਤੁਹਾਡੇ ਨਾਲ ਡਿਸਕਸ ਹੋ ਗਏ ਨੇ। ਆਪਣੀ ਨੋਟਬੁੱਕ ਦੇ ਉੱਪਰ ਜੋ ਵੀ ਤੁਹਾਨੂੰ ਇਹ ਹੋਮਵਰਕ ਭੇਜਿਆ ਜਾਏਗਾ, ਅਭਿਆਸ ਦੇ ਪ੍ਰਸ਼ਨ ਉੱਤਰ ਅਤੇ ਤੀਸਰਾ ਪਾਰਟ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ, ਅਰਥ ਲਿਖ ਕੇ ਉਹਦੇ ਵਾਕ ਬਣਾਉਣੇ ਨੇ। ਤੁਸੀਂ ਆਪ ਆਪਣੇ ਸੈਂਟੈਂਸ ਕ੍ਰੀਏਟ ਕਰਨੇ ਨੇ। ਥੈਂਕ ਯੂ ਬੇਟਾ ਜੀ।